ਰੋਜ਼ਾਨਾ ਲੋਕ ਨਾਦ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਪੰਜਾਬ ਦੀਆਂ ਦੋ ਵੱਡੀਆਂ ਖਬਰਾਂ ਦੀ। ਬਰਗਾੜੀ ਮੁੱਦਾ ਜਾਂ ਆਪਾਂ ਕੋਟਕਪੂਰਾ ਗੋਲੀकांड ਦਾ ਮੁੱਦਾ ਲੈ ਲਈਏ, ਕਿਉਂਕਿ ਇਹ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਦੇ ਅੰਦਰ ਅਹਿਮ ਮਹੱਤਤਾ ਰੱਖਦੇ ਮੁੱਦੇ ਨੇ। ਪੰਥਕ ਤੇ ਆਮ ਲੋਕਾਂ ਦੇ ਨਾਲ ਜੁੜੇ ਹੋਏ ਇਹ ਮੁੱਦੇ ਨੇ। 2017 ਦੀ ਕੈਪਟਨ ਸਰਕਾਰ ਜਦੋਂ ਸੱਤਾ ਦੇ ਵਿੱਚ ਆਉਣੀ ਸੀ ਤਾਂ ਇਹਨਾਂ ਮੁੱਦਿਆਂ ਦਾ ਹੀ ਸਹਾਰਾ ਲਿਆ ਗਿਆ ਸੀਗਾ ਕੈਪਟਨ ਸਰਕਾਰ ਦੇ ਵੱਲੋਂ, ਤੇ ਹੁਣ ਵਾਅਦਾ ਖਿਲਾਫੀ ਦੇ ਇਸ ਮਾਮਲਿਆਂ ਦੇ ਵਿੱਚ ਇਲਜ਼ਾਮ ਵੀ ਲੱਗਦੇ ਨੇ। ਕਰੀਬ 3 ਸਾਲ ਦੀ ਜਾਂਚ ਤੋਂ ਬਾਅਦ ਕੁੰਵਰ ਵਿਜੇ ਪ੍ਰਤਾਪ ਦੇ ਵੱਲੋਂ ਹਾਈ ਕੋਰਟ ਦੇ ਵਿੱਚ ਜਿਹੜੀ ਫਾਈਲ ਦਾਖਲ ਕੀਤੀ ਗਈ ਸੀ, ਜਾਂਚ ਸਬਮਿਟ ਕੀਤੀ ਗਈ ਸੀ, ਪਰ ਜਿਹੜੀ ਜਾਂਚ ਨੂੰ ਖਾਰਜ ਕਰ ਦਿੱਤਾ ਹਾਈ ਕੋਰਟ ਦੇ ਵੱਲੋਂ, ਜਿਸ ਤੋਂ ਬਾਅਦ ਬੜੇ ਵੱਡੇ ਇਲਜ਼ਾਮ ਲੱਗੇ ਕੈਪਟਨ ਸਰਕਾਰ ਦੇ ਉੱਪਰ ਵੀ ਤੇ ਬਾਦਲਾਂ ਦੇ ਉੱਪਰ ਵੀ ਕਿ ਇਹਨਾਂ ਦੀ ਆਪਸੀ ਮਿਲੀ ਭੁਗਤ ਹੈ ਤੇ ਦੋਸ਼ੀਆਂ ਨੂੰ ਬਚਾਉਣ ਦੀ ਕੈਪਟਨ ਸਰਕਾਰ ਜਿਹੜੀ ਹੈ ਉਹ ਕੋਸ਼ਿਸ਼ ਕਰ ਰਹੀ ਹੈ। ਉਸ ਤੋਂ ਬਾਅਦ ਨਾਰਾਜ਼ ਹੋਏ ਕੁੰਵਰ ਵਿਜੇ ਪ੍ਰਤਾਪ, ਜੋ ਕਿ ਬਹੁਤ ਹੀ ਬਹਾਦਰ ਤੇ ਇਮਾਨਦਾਰ ਅਫਸਰ ਮੰਨੇ ਜਾਂਦੇ ਨੇ ਪੰਜਾਬ ਪੁਲਿਸ ਦੇ, ਉਹ ਨਾਰਾਜ਼ ਹੋ ਕੇ ਉਹਨਾਂ ਨੇ ਅਸਤੀਫਾ ਦੇ ਦਿੱਤਾ। ਹਾਲਾਂਕਿ ਇਹ ਅਸਤੀਫਾ ਨਾ ਮਨਜ਼ੂਰ ਕਰ ਦਿੱਤਾ ਗਿਆ ਹੈ, ਪਰ ਸਿਆਸੀ ਗਲਿਆਰਾਂ ਦੇ ਵਿੱਚ ਚਰਚੇ ਹੋਰ ਵੀ ਨੇ ਕਿ ਸ਼ਾਇਦ ਕੁੰਵਰ ਵਿਜੇ ਪ੍ਰਤਾਪ ਹੁਣ ਅਸਤੀਫਾ ਵਾਪਸ ਨਹੀਂ ਲੈਣਗੇ। ਬੇਸ਼ੱਕ ਕੈਪਟਨ ਨੇ ਨਾ ਮਨਜ਼ੂਰ ਕਰ ਦਿੱਤਾ ਤੇ ਇੱਕ ਸਿਆਸੀ ਹਲਕੇ ਤੋਂ ਚੋਣ ਲੜਨ ਦੀਆਂ ਚਰਚਾਵਾਂ ਵੀ ਕੁੰਵਰ ਵਿਜੇ ਪ੍ਰਤਾਪ ਦੀਆਂ ਸ਼ੁਰੂ ਹੋ ਗਈਆਂ। ਇੱਕ ਮਾਮਲਾ ਇਹ ਸੀ, ਇੱਕ ਖਬਰ ਇਹ ਸੀ, ਤਾਂ ਦੂਜੀ ਖਬਰ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ਤੇ ਬਾਦਲਾਂ ਨੂੰ ਘੇਰ ਲਿਆ। ਉਹ ਬਰਗਾੜੀ ਪਹੁੰਚ ਗਏ। ਬਰਗਾੜੀ ਜਾ ਕੇ ਉਹਨਾਂ ਨੇ ਇਨਸਾਫ ਦੀ ਮੰਗ ਕੀਤੀ। ਉਹ ਕਹਿੰਦੇ ਕਿ ਜਿਹੜਾ ਗੁਰੂ ਦਾ ਨਾ ਹੋਇਆ ਉਹ ਪੰਜਾਬ ਦਾ ਕਿਵੇਂ ਹੋ ਜਾਏਗਾ। ਉਹਨਾਂ ਨੇ ਮੰਗ ਕੀਤੀ ਹੈ ਕਿ ਰਿਪੋਰਟ ਜਿਹੜੀ ਹੈਗੀ ਹੈ ਉਹ ਜਨਤਕ ਕੀਤੀ ਜਾਣੀ ਚਾਹੀਦੀ ਹੈ। ਹਰਪ੍ਰੀਤ ਸਿੱਧੂ ਦੀ ਜਿਹੜੀ ਰਿਪੋਰਟ ਸੀ ਡਰੱਗ ਦੇ ਮਾਮਲੇ ਦੇ ਵਿੱਚ, ਉਹ ਵੀ ਜਨਤਕ ਕੀਤੀ ਜਾਣੀ ਚਾਹੀਦੀ ਹੈ, ਤੇ ਜਿਹੜੀ ਕੁੰਵਰ ਵਿਜੇ ਪ੍ਰਤਾਪ ਹੋਣਾ ਦੀ ਜਾਂਚ ਰਿਪੋਰਟ ਹੈ ਇਹ ਵੀ ਜਨਤਕ ਕੀਤੀ ਜਾਣੀ ਚਾਹੀਦੀ ਹੈ। ਤੇ ਨਾਲ ਹੀ ਨਾਲ ਉਹਨਾਂ ਨੇ ਠੋਕ ਕੇ ਜਿਹੜਾ ਕੈਪਟਨ ਸਰਕਾਰ ਤੇ ਨਿਸ਼ਾਨੇ ਸਾਧੇ। ਕੀ ਕੁਝ ਗੱਲਾਂ ਬਾਤਾਂ ਹੋਈਆਂ, ਹੋਰ ਵੀ ਜਿਹੜਾ ਨਵਜੋਤ ਸਿੰਘ ਸਿੱਧੂ ਕੀ ਕੁਝ ਬੋਲੇ ਨੇ, ਉਸ ਮਾਮਲੇ ਤੇ ਵੀ ਗੱਲਬਾਤ ਕਰਾਂਗੇ। ਤੇ ਗੱਲਬਾਤ ਨੇ ਮੇਰੇ ਨਾਲ ਮੌਜੂਦ ਰਹਿਣਗੇ ਡਾਕਟਰ ਭੀਮਿੰਦਰ ਜੀ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਂਦੇ ਹਾਂ। ਡਾਕਟਰ ਸਾਹਿਬ, ਸਵਾਗਤ ਹੈ ਰੋਜ਼ਾਨਾ ਲੋਕਨਾਥ ਟੀਵੀ ਤੇ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ ਸੁਖਵਿੰਦਰ ਜੀ। ਡਾਕਟਰ ਸਾਹਿਬ, ਆਪਾਂ ਦੋਨਾਂ ਖਬਰਾਂ ਨੂੰ ਜਿਹੜਾ ਜੋੜ ਕੇ ਚੱਲਾਂਗੇ, ਨਾਲ ਤਾਲਮੇਲ ਬਣਾ ਕੇ ਇਹਨਾਂ ਦੇ ਵਿੱਚ ਚੱਲਾਂਗੇ, ਇੱਕੋ ਸਾਰ ਲੈ ਕੇ ਚੱਲਾਂਗੇ, ਕਿਉਂਕਿ ਖਬਰਾਂ ਇੱਕੋ ਮੁੱਦੇ ਨੂੰ ਲੈ ਕੇ। ਨਵਜੋਤ ਸਿੰਘ ਸਿੱਧੂ ਵੀ ਉਸੇ ਮੁੱਦੇ ਤੇ ਬੋਲੇ ਨੇ ਤੇ ਕੁੰਵਰ ਵਿਜੇ ਪ੍ਰਤਾਪ ਵੀ ਉਸੇ ਮੁੱਦੇ ਨੂੰ ਲੈ ਕੇ ਨਾਰਾਜ਼ ਨੇ। ਕਿਵੇਂ ਦੇਖਦੇ ਹੋ ਜਿਹੜਾ ਇਹ ਨਵਾਂ ਮੋੜ ਆ ਰਿਹਾ ਪੰਜਾਬ ਦੀ ਸਿਆਸਤ ਦੇ ਵਿੱਚ ਬੇਅਦਬੀ ਅਤੇ ਕੋਟਕਪੂਰਾ ਗੋਲੀकांड ਨੂੰ ਲੈ ਕੇ? ਇੱਕ ਪਾਸੇ ਕਿਸਾਨੀ ਮੁੱਦਾ ਚੱਲ ਰਿਹਾ ਸੀ, ਪੰਜਾਬ ਦੇ ਹੋਰ ਕਿਸੇ ਮੁੱਦੇ ਵੱਲ ਜਾਂ ਫਿਰ ਵੋਟਾਂ ਵੱਲ ਲੋਕਾਂ ਦਾ ਧਿਆਨ ਨਹੀਂ ਸੀ, ਪਰ ਹੁਣ ਇੱਕੋ ਦਮ ਜਿਹੜਾ ਡਿਵਰਟ ਹੋਇਆ ਧਿਆਨ ਲੋਕਾਂ ਦਾ ਇਸ ਮਾਮਲੇ ਵੱਲ ਆਇਆ, ਪੰਜਾਬ ਦੀ ਸਿਆਸਤ ਦੀਆਂ ਇਹਨਾਂ ਅਹਿਮ ਖਬਰਾਂ ਦੇ ਵੱਲ ਆਇਆ। ਕਿਵੇਂ ਦੇਖਦੇ ਹੋ? ਸੁਖਵਿੰਦਰ ਜੀ, ਅੱਜ ਤੋਂ ਲਗਭਗ 4 ਸਾਲ ਪਹਿਲਾਂ ਕੈਪਟਨ ਸਰਕਾਰ ਇਸ ਲਈ ਸੱਤਾ ਦੇ ਵਿੱਚ ਆਈ ਸੀ ਕਿ ਉਹਨਾਂ ਨੇ ਬਾਰ-ਬਾਰ ਬਹੁਤ ਲੋਕਾਂ ਦੇ ਨਾਲ ਮਤਲਬ ਬਹੁਤ ਸਾਰੇ ਵਾਅਦੇ ਉਹਨਾਂ ਨੇ ਕੀਤੇ ਸੀਗੇ। ਚਾਹੇ ਉਹ ਘਰ ਘਰ ਨੌਕਰੀ ਦਾ ਵਾਅਦਾ ਸੀਗਾ, ਚਾਹੇ ਉਹ ਕਿਸਾਨੀ ਦੀ ਕਰਜ਼ਾ ਮਾਫੀ ਸੀ, ਚਾਹੇ ਵੱਡਾ ਇੱਕ ਵਾਅਦਾ ਕੀਤਾ ਸੀ ਉਹਨਾਂ ਨੇ ਕਿ ਜੋ ਬਰਗਾੜੀ ਕਾਂਡ ਹੋਇਆ ਜਾਂ ਜੋ ਕੋਟਕਪੂਰੇ ਦੇ ਵਿੱਚ ਜੋ ਸਾਰੀਆਂ ਚੀਜ਼ਾਂ ਘਟਨਾਕ੍ਰਮ ਜਿਵੇਂ ਤੁਸੀਂ ਇਸ਼ਾਰਾ ਕੀਤਾ ਹੈ, ਇਹ ਸਾਰੇ ਘਟਨਾਕ੍ਰਮ ਹੋਏ ਨੇ। ਉਹਨਾਂ ਦਾ ਕੈਪਟਨ ਸਾਹਿਬ ਨੇ ਕਿਹਾ ਸੀਗਾ ਕਿ ਮੈਂ ਜਦੋਂ ਮੇਰੀ ਸੱਤਾ ਆਈ ਮੈਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਕੇ ਲੋਕਾਂ ਨੂੰ ਦਿਖਾ ਦੂੰਗਾ। ਔਰ ਇਮਾਨਦਾਰੀ ਦੇ ਨਾਲ ਮੈਂ ਨਹੀਂ ਕਹਿੰਦਾ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਨੇ ਬਹੁਤ ਜਦੋਂ ਸਿੱਟ ਬਣੀ ਤਾਂ ਉਹਨਾਂ ਨੇ ਬਕਾਇਦਾ ਤੌਰ ਤੇ ਇਹ ਸਾਰੀ ਘੋਖ ਪੜਤਾਲ ਕੀਤੀ ਔਰ ਆਪਣੇ ਵੱਲੋਂ ਉਹਨਾਂ ਨੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਨ ਦੀ ਕੋਸ਼ਿਸ਼ ਕੀਤੀ। ਉਹਦੇ ਚਾਹੇ ਜਿੰਨੇ ਵੱਡੇ ਸਿਆਸੀ ਲੀਡਰ ਸੀਗੇ ਉਹਨਾਂ ਦੀ ਵੀ ਪੁੱਛ ਪੜਤਾਲ ਹੋਈ, ਜਿਹਦੇ ਵਿੱਚ ਬਾਦਲ ਸਾਹਿਬ, ਦੋਵੇਂ ਬਾਦਲ ਸਾਹਿਬ ਔਰ ਹੋਰ ਵੀ ਜਿਹੜੇ ਖਾਸ ਤੌਰ ਤੇ ਜਿਹੜੇ ਪੁਲਿਸ ਦੇ ਵੱਡੇ ਉਸ ਵੇਲੇ ਚਿਹਰੇ ਸੀਗੇ, ਉਹਨਾਂ ਤੋਂ ਵੀ ਪੁੱਛ ਪੜਤਾਲ ਕੀਤੀ ਗਈ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਬਕਾਇਦਾ ਤੌਰ ਤੇ 3 ਸਾਲ ਦੀ ਬਹੁਤ ਮਿਹਨਤ ਦੇ ਨਾਲ ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਨੇ ਲਗਾਤਾਰ ਆਪਣੀ ਜੋ ਸੱਚਾਈ ਸੀਗੀ ਉਸ ਨੂੰ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕੀਤੀ। ਪਰ ਹੋਇਆ ਕਿ ਜਿਵੇਂ ਆਪਾਂ ਕਹਿੰਦੇ ਆ ਕਿ ਖੋਦਿਆ ਪਹਾੜ ਨਿਕਲਿਆ ਚੂਹਾ। ਅਖੀਰ ਨੂੰ ਕੀ ਹੋਇਆ ਕਿ ਸਰਕਾਰ ਦੀ ਅੰਦਰ ਖਾਤੇ ਜਿਹੜੀ ਮਿਲੀ ਭੁਗਤ ਹੋਈ, ਜਿਵੇਂ ਆਪਾਂ ਨੂੰ ਪਤਾ ਹੈ ਕਿ ਕੈਪਟਨ ਸਾਹਿਬ ਅੱਜ ਤੋਂ 5 ਸਾਲ ਪਹਿਲਾਂ ਤੁਹਾਨੂੰ ਯਾਦ ਹੋਏਗਾ ਔਰ ਆਪਣੇ ਦਰਸ਼ਕਾਂ ਨੂੰ ਵੀ ਯਾਦ ਹੋਏਗਾ ਸੁਖਿੰਦਰ ਜੀ ਕਿ ਬਾਦਲਾਂ ਨੇ ਕੈਪਟਨ ਸਾਹਿਬ ਦੇ ਜੋ ਪਿਛਲੇ ਕੇਸ ਸੀਗੇ ਉਹਨਾਂ 'ਚ ਉਹਨਾਂ ਨੂੰ ਬਰੀ ਕੀਤਾ ਸੀਗਾ। ਜਦੋਂ ਲਾਸਟ ਈਅਰ ਸੀਗਾ ਬਾਦਲਾਂ ਦਾ ਤਾਂ ਉਹਦੇ ਵਿੱਚੋਂ ਬਰੀ ਕਰ ਦਿੱਤਾ ਗਿਆ ਸੀਗਾ। ਔਰ ਮੈਨੂੰ ਇਹ ਕਿਤੇ ਨਾ ਕਿਤੇ ਦਿਖਾਈ ਦੇ ਰਿਹਾ ਹੈ ਕਿ ਕੈਪਟਨ ਸਾਹਿਬ ਨੇ ਹੁਣ ਉਹੀ ਜਿਹੜਾ ਉਹ ਜਿਹੜੀ ਭਾਜੀ ਸੀਗੀ
यानी कि वो सारी चीज दोबारा उन्होंने अपने वालों उन्होंने फायदा देने की जी अकालियां कोशिश की है। सो अंदर खाते एक गल चली वकीलों तो ये सारिया चीज़ां करवाइया गई और हाई कोर्ट दे विच वो सारी दी रिपोर्ट जी हैगी है रद्द करा दी गई जिवें तुसीं भी दस्सिया। सो ਇਹਦਾ मतलब यही निकलता है कि चोर चोर मुसेरे भाई एक कहावत है कि ਜਿਹੜੇ चोर चोर ने मुसेरे भाई हुंदे ने। सो ਉਹੀ गल हुई है और कैप्टन साहब ਤੇ ਬਾਦਲ ਸਾਹਿਬ लगता है कि अकाली दल मिल चुकिया है और बाकी ਜਿਹੜਾ ਹੈਗਾ ਜਿਵੇਂ ਤੁਸੀਂ ਕੁੰਵਰ ਵਿਜੇ ਪ੍ਰਤਾਪ ਸਿੰਘ ਉਹਨਾਂ ਨੂੰ ਤਾਂ ਬਲੀ ਦਾ ਬੱਕਰਾ ਬਣਾ ਦਿੱਤਾ ਗਿਆ ਹੈ ਔਰ ਆਪਾਂ ਨੂੰ ਪਤਾ ਹੈ ਕਿ ਅੱਜ कुंवर विजय प्रताप ने इस्तीफा जरूर दे दिता, कैप्टन अमरिंदर सिंह ने नाम मंजूर कर दिता कि लगता है कि कुंवर विजय प्रताप जिहड़ा ताकड़ अफसर है जिहड़ा कोई फैसला बिना सोचे समझे नहीं लैंदा कि लगता है कि कैप्टन अमरिंदर सिंह ने जिहड़ा इस्तीफा नाम मंजूर किया है उस जाल दे विच फस पाएगा कि लगता है कि इस्तीफा वापस लै लैणगे कुंवर विजय प्रताप ਜਾਂ ਫਿਰ ਰਿਪੋਰਟ नहीं लगता जी 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 जिवें जिस किस्म दी उन्हां दी छवि है। मैं होर रोकना चाहांगा कि ये भी दस्सिया जा रहा कि ਅਸਤੀਫਾ ਦੇਣ ਤੋਂ ਪਹਿਲਾਂ ਮੁਲਾਕਾਤ ਕੀਤੀ ਸੀਗੀ ਕੁੰਵਰ ਵਿਜੇ ਪ੍ਰਤਾਪ ਨੇ ਕੈਪਟਨ ਅਮਰਿੰਦਰ ਸਿੰਘ ਦੇ ਨਾਲ, ਤਾਂ ਹੋ ਸਕਦਾ ਕਿ ਉੱਥੇ ਮੰਗ ਰੱਖੀ ਗਈ ਹੋਵੇ ਕੈਪਟਨ ਅਮਰਿੰਦਰ ਸਿੰਘ ਦੇ ਕੋਲੋਂ ਕਿ ਤੁਸੀਂ ਰਿਪੋਰਟ ਜਨਤਕ ਕਰ ਦਿਓ ਤੇ ਆਪਣੇ ਆਪ ਲੋਕਾਂ ਨੂੰ ਪਤਾ ਲੱਗ ਜਾਣ ਦਿਓ, ਤਾਂ ਫਿਰ ਹੋ ਸਕਦਾ ਕਿ ਕੈਪਟਨ ਦੇ ਵੱਲੋਂ ਇਹ ਕੁਝ ਕਰਨ ਤੋਂ ਮਨਾ ਕਰ ਦਿੱਤਾ ਗਿਆ ਹੋਵੇ, ਇਸੇ ਕਰਕੇ ਹੀ ਜਿਹੜਾ ਕੁੰਵਰ ਵਿਜੇ ਪ੍ਰਤਾਪ ਦੇ ਵੱਲੋਂ ਅਸਤੀਫਾ ਦਿੱਤਾ ਗਿਆ ਹੋਵੇ। बिल्कुल देखो जो भी कोई ऑफिसर या कुंवर विजय प्रताप सिंह जी वर्गा खुदार बंदा कोई रिपोर्ट तैयार करता है बहुत मेहनत के नाल तैयार करता है और आपां नूं पता है कि कुंवर जी ने पिछले लगभग 3 सालों तो बहुत मुशक्कत के नाल और उन्होंने आप मन्निया है कि मेरे उत्ते बड़ा ज्यादा प्रैशर सीगा और उन्होंने इत्थों तक धमकियां दित्तियां गईयां कि 2022 दे विच जे अकाली दल की सरकार आउंदी है तां इहदा बदला भी लिया जाएगा। ਇਹ ਵੀ ਲਗਾਤਾਰ ਜਿਹੜੀਆਂ ਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਧਮਕੀਆਂ ਆਉਂਦੀਆਂ ਰਹੀਆਂ। ਇਹਦੇ ਬਾਵਜੂਦ ਕੁੰਵਰ ਜੀ ਨੇ ਉਹਨਾਂ ਚੀਜ਼ਾਂ ਦੀ ਪਰਵਾਹ ਨਹੀਂ ਕੀਤੀ ਔਰ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਨ ਦੀ ਕੋਸ਼ਿਸ਼ ਕੀਤੀ। ਜਿਵੇਂ ਤੁਸੀਂ ਇਸ਼ਾਰਾ ਕਰਦੇ ਹੋ ਕਿ ਕੈਪਟਨ ਸਾਹਿਬ ਨੂੰ ਪਹਿਲਾਂ ਮਿਲੇ ਨੇ ਔਰ ਉਹਨਾਂ ਨੇ ਦੱਸਿਆ ਹੈ ਕਿ ਭਾਈ ਇਹਦੇ ਵਿੱਚ ਸਾਰਾ ਕੁਝ ਮੈਂ ਔਰ ਸਾਰਾ ਉਹਨਾਂ ਨੇ ਇਹ ਵੀ ਦੱਸਿਆ ਹੋਏਗਾ ਕਿ ਭਾਈ ਇਹਦੇ ਵਿੱਚ ਆ ਜਿਹੜੇ ਲੋਕ ਨੇ ਇਹ ਫਸਣੇ ਨੇ, ਇਹ ਲੋਕ ਜਿਹੜੇ ਨੇ ਇਹਨਾਂ ਦੀ ਜ਼ਿੰਮੇਵਾਰੀ ਤੈਅ ਹੋਣੀ ਹੈ। पर आपां नूं लगदा है कि कैप्टन साहब ने कुंवर विजय प्रताप दी ना मन के सगों कैप्टन जो बादलों का प्रैशर सीगा कैप्टन साहब दे उपर उस नूं ज्यादा तरजीह दित्ती है। सो इस करके किते ना किते कैप्टन साहब दी जिहड़ी हैगी है इहदे विच दाल दे विच काला नजर आ रहा है और कैप्टन साहब नूं इह लगदा है कि शायद असीं इस लोकां नूं दोबारा फिर भंबल भूसियां च पा के दोबारा फिर बुद्धू बना के अगले जिहड़े 5 साल ने असीं ओह दोबारा ਜਿਹੜੇ ਨੇ ਅਸੀਂ ਹਾਸਲ ਕਰ ਲਾਂਗੇ ਰਾਜ ਸੱਤਾ। ਪਰ ਮੈਨੂੰ ਇਹ ਲੱਗ ਰਿਹਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਜਿਹੜੇ ਨੇ ਉਹ ਜ਼ਿਆਦਾ ਤਨਦੇਹੀ ਦੇ ਨਾਲ ਜ਼ਿਆਦਾ ਜ਼ੋਰ ਦੇ ਨਾਲ ਕੈਪਟਨ ਸਾਹਿਬ ਦੀ ਜਿਹੜੀ ਵਿਰੋਧਤਾ ਹੋਣੀ ਹੈ ਉਹ ਬਹੁਤ ਜ਼ਿਆਦਾ ਹੋਏਗੀ। ਜਿਵੇਂ ਅੱਜ ਅਕਾਲੀ ਦਲ ਦੀ ਵਿਰੋਧਤਾ ਹੋ ਰਹੀ ਹੈ ਪੰਜਾਬ ਦੇ ਵਿੱਚ। ਅਕਾਲੀ ਦਲ ਨੂੰ ਆਪਾਂ ਨੂੰ ਪਤਾ ਹੈ ਕਿ ਕਾਲੇ ਝੰਡੇ ਕੱਲ ਵੀ ਦਿਖਾਏ ਗਏ ਆ, ਲਗਾਤਾਰ ਕਾਲੇ ਝੰਡੇ ਦਿਖਾਏ ਜਾ ਰਹੇ ਨੇ, ਚਾਹੇ ਉਹਨਾਂ ਦੇ ਕੋਈ ਵੀ ਲੀਡਰ ਹੋਣ। खास तौर पर ਜਿਹੜੇ ਉੱਪਰਲਾ ਜਿਹੜੀ ਲੀਡਰਸ਼ਿਪ ਹੈ ਉਸ ਨੂੰ ਲੋਕ ਅੱਜ ਪਸੰਦ ਨਹੀਂ ਕਰ ਰਹੇ। ਇਹੀ ਹਾਲ ਕਿਤੇ ਇੱਥੇ ਵੀ ਗੱਲ ਕਰਾਂਗੇ। ਹੁਣ ਕਹਿੰਦੇ ਕਿ ਕੁੰਵਰ ਵਿਜੇ ਪ੍ਰਤਾਪ ਦੀ ਚਰਚਾ ਇਹ ਵੀ ਹੈ ਕਿ ਹੋ ਸਕਦਾ ਕਿ ਕੁੰਵਰ ਵਿਜੇ ਪ੍ਰਤਾਪ ਅਸਤੀਫਾ ਦੇਣ ਤੋਂ ਬਾਅਦ ਇਲੈਕਸ਼ਨ ਵੀ ਲੜ ਸਕਦੇ ਆ ਅੰਮ੍ਰਿਤਸਰ ਦੇ ਇੱਕ ਹਲਕੇ ਦੇ ਕੋਲ। ਦੇਖੋ ਇਲੈਕਸ਼ਨ ਲੜਨਾ ਜਾਂ ਨਾ ਲੜਨਾ ਇੱਕ ਡੈਮੋਕ੍ਰੇਸੀ ਹੈ, ਲੋਕਤੰਤਰ ਹੈ, ਭਾਰਤੀ ਲੋਕਤੰਤਰ, ਇਹ ਕਿਸੇ ਦਾ ਵੀ ਹੱਕ ਹੈ। ਪਰ ਜਿੱਥੋਂ ਤੱਕ ਮੈਨੂੰ ਇਹ ਸਾਜ਼ਿਸ਼ ਦੀ ਗੱਲ ਆਪਾਂ ਸਮਝਣ ਦੀ ਗੱਲ ਹੈ ਕਿ ਇਹਦੇ ਵਿੱਚ ਸਾਜ਼ਿਸ਼ ਜਿਹੜੀ ਹੈਗੀ ਆ ਦੋਵੇਂ ਧਿਰਾਂ ਮਿਲ ਕੇ ਕਰ ਰਹੀਆਂ ਨੇ। ਅਕਾਲੀ ਦਲ ਵੀ ਇਹਦੇ ਵਿੱਚ ਸ਼ਾਮਲ ਹੈ, ਇਹਦੇ ਵਿੱਚ ਕੈਪਟਨ ਸਾਹਿਬ ਔਰ ਕੈਪਟਨ ਸਾਹਿਬ ਦੀ ਪੂਰੀ ਜਿਹੜੀ ਕੋਟਰੀ ਹੈ ਉਹ ਵੀ ਸ਼ਾਮਲ ਹੈ। ਔਰ ਇਹਦੇ ਵਿੱਚੋਂ ਜੇ ਆਪਾਂ ਕਹੀਏ ਕਿ ਜੇ ਕੋਈ ਸਿਆਣਾ ਬੰਦਾ ਚੰਗਾ ਬੰਦਾ ਹੈ ਉਹ ਨਵਜੋਤ ਸਿੰਘ ਸਿੱਧੂ, ਜਿਹੜੇ ਕਿ ਬਾਰ-ਬਾਰ ਇਹ ਕਹਿ ਰਹੇ ਨੇ, ਪਹਿਲਾਂ ਵੀ ਉਹਨਾਂ ਨੇ ਕਿਹਾ ਸੀਗਾ, ਆਪਾਂ ਨੂੰ ਪਤਾ ਹੈ ਕਿ ਆਪਾਂ ਪਹਿਲਾਂ ਇੱਕ ਪ੍ਰੋਗਰਾਮ ਕੀਤਾ ਸੀਗਾ ਔਰ ਇਹ ਵੀ ਕਿਹਾ ਸੀਗਾ ਕਿ ਝੋਲੀ ਅੱਡ ਕੇ ਉਹਨਾਂ ਨੇ ਇੱਕ ਮੰਗ ਮੰਗੀ ਸੀਗੀ ਕੈਪਟਨ ਸਾਹਿਬ ਤੋਂ ਕਿ ਭਾਈ ਇਸ ਬਰਗਾੜੀ ਕਾਂਡ ਦੇ ਜਿੰਨੇ ਵੀ ਦੋਸ਼ੀ ਨੇ ਚਾਹੇ ਉਹ ਕੋਈ ਵੀ ਹੋਣ ਉਹਨਾਂ ਨੂੰ ਤੁਸੀਂ ਸਜ਼ਾ ਦੇਣੀ ਹੀ ਦੇਣੀ ਹੈ। ਸੋ ਆਪਾਂ ਨੂੰ ਪਤਾ ਹੈ ਕਿ ਸਜ਼ਾ ਦੇਣ ਦੀ ਬਜਾਏ ਉਹਨਾਂ ਨੂੰ ਸਗੋਂ ਹੁਣ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਬਰੀ ਕਰ ਦਿੱਤਾ ਜਾਏ ਇਸ ਕੇਸ ਤੋਂ ਜਾਂ ਇਸ ਸਾਰੀ ਰਿਪੋਰਟ ਨੂੰ ਛੁਪਾ ਲਿਆ ਜਾਏ। ਔਰ ਇਸ ਤੋਂ ਵੀ ਪਹਿਲਾਂ ਆਪਾਂ ਦੇਖਦੇ ਹਾਂ ਕਿ ਲਗਾਤਾਰ ਜਿੰਨੀਆਂ ਵੀ ਸਿੱਟਾਂ ਬਣੀਆਂ ਨੇ ਜਾਂ ਜਿੰਨੇ ਵੀ ਕਮਿਸ਼ਨ ਬਣੇ ਨੇ, ਚਾਹੇ ਉਹ ਰਣਜੀਤ ਸਿੰਘ ਕਮਿਸ਼ਨ ਹੋਵੇ, ਚਾਹੇ ਜ਼ੋਰਾ ਸਿੰਘ ਕਮਿਸ਼ਨ ਹੋਵੇ, ਚਾਹੇ ਖੱਟੜਾ ਦੀ ਸਿੱਟ ਹੋਵੇ ਜਾਂ ਹੋਰ ਇਦਾਂ ਦੀਆਂ ਸਿੱਟਾਂ ਜਿਹੜੀਆਂ ਲਗਾਤਾਰ ਬਣਦੀਆਂ ਨੇ ਤੇ ਇਹ ਲੋਕ ਜਿਹੜੇ ਨੇ ਵਿਚਾਰੇ ਵੇਟ ਕਰਦੇ ਇੰਤਜ਼ਾਰ ਕਰਦੇ ਥੱਕ ਜਾਂਦੇ ਨੇ।
ਸੋ ਅਖੀਰ ਨੂੰ ਉਹੀ ਹੋਇਆ ਜੋ ਲੋਕਾਂ ਨੂੰ ਸ਼ੱਕ ਸੀਗਾ। ਇਸ ਰਿਪੋਰਟ ਦੇ ਵਿੱਚ ਵੀ ਲੋਕਾਂ ਨੂੰ ਇਹੀ ਸ਼ੱਕ ਸੀਗਾ ਕਿ ਸ਼ਾਇਦ ਇਹ ਰਿਪੋਰਟ ਬਾਹਰ ਨਾ ਆਉਣ ਦਿੱਤੀ ਜਾਵੇ, ਪਰ ਜਦੋਂ ਆਪਾਂ ਨੂੰ ਪਤਾ ਲੱਗਿਆ ਕਿ ਹੁਣ ਇਹ ਰਿਪੋਰਟ ਹੀ ਰੱਦ ਕਰਵਾ ਦਿੱਤੀ ਗਈ ਹੈ, ਮਾਨਯੋਗ ਸੁਪਰੀਮ ਹੁਣ ਉਹ ਕਹਿ ਰਹੇ ਨੇ ਮਾਨਯੋਗ ਸੁਪਰੀਮ ਕੋਰਟ 'ਚ ਅਸੀਂ ਜਾਵਾਂਗੇ। ਇਹ ਸਭ ਡਰਾਮੇਬਾਜ਼ੀ ਹੈ ਔਰ ਇਹਦੇ ਵਿੱਚੋਂ ਨਿਕਲਣਾ ਕੁਝ ਨਹੀਂ ਹੈ। ਜਿੰਨੀ ਦੇਰ ਨਵਜੋਤ ਸਿੰਘ ਸਿੱਧੂ ਕਹਿ ਰਹੇ ਨੇ ਕਿ ਹਰਪ੍ਰੀਤ ਸਿੰਘ ਸਿੱਧੂ ਦੀ ਜਿਹੜੀ ਰਿਪੋਰਟ ਹੈ ਉਹਨੂੰ ਜਨਤਕ ਕਰ ਦੇਣਾ ਚਾਹੀਦਾ ਹੈ, ਤੇ ਇਹ ਜਿਹੜੀ ਰਿਪੋਰਟ ਹੈ ਕੁਮਰ ਵਿਜੇ ਪ੍ਰਤਾਪ ਵਾਲੀ ਉਹਨੂੰ ਵੀ ਜਨਤਕ ਕਰ ਦੇਣਾ ਚਾਹੀਦਾ ਹੈ। ਠੀਕ ਹੈ, ਤੁਹਾਨੂੰ ਲੱਗਦਾ ਕਿ ਇਹਨਾਂ ਰਿਪੋਰਟਾਂ ਨੂੰ ਇਸ ਤਰੀਕੇ ਦੇ ਨਾਲ ਜਨਤਕ ਕਰ ਦੇਣਾ ਚਾਹੀਦਾ ਹੈ? ਤਾਂ ਦੂਜੇ ਪਾਸੇ ਸਵਾਲ ਇਹ ਵੀ ਉੱਠਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਜਿਹੜੀ ਸਰਕਾਰ ਹੈ ਉਹ ਜਾਂਚ ਜ਼ਰੂਰ ਕਰਾਉਂਦੀ ਹੈ, SIT ਜ਼ਰੂਰ ਬਣਾਉਂਦੀ ਹੈ, ਪਰ ਉਹ ਰਿਪੋਰਟ ਕਿਸੇ ਤਰੀਕੇ ਦੇ ਨਾਲ ਅੱਜ ਤੱਕ ਜਿੰਨੀਆਂ SIT ਬਣੀਆਂ ਨੇ ਕਿਸੇ ਰਿਪੋਰਟ ਦੇ ਉੱਤੇ ਅਮਲ ਕੀਤਾ ਕੈਪਟਨ ਸਰਕਾਰ ਨੇ? ਹਾਈ ਕੋਰਟ ਤੇ ਜਾ ਕੇ ਅਟਕ ਜਾਂਦੀ ਹੈ। ਬਿਲਕੁਲ, ਮੈਂ ਇਹੀ ਗੱਲ ਕਹਿ ਰਿਹਾ ਕਿ ਜਿੱਥੋਂ ਤੱਕ ਕਾਂਗਰਸ ਦੀ ਗੱਲ ਹੈ, ਆਪਾਂ ਕੱਲੀ ਪੰਜਾਬ ਦੀ ਕਾਂਗਰਸ ਦੀ ਗੱਲ ਨਾ ਕਰੀਏ, ਆਪਾਂ ਇਹ ਵੀ ਦੇਖੀਏ ਕਿ ਜਿਹੜੀਆਂ 84 ਦੇ ਵਿੱਚ ਦੰਗੇ ਹੋਏ ਸੀਗੇ ਔਰ ਸਿੱਖ ਨਸਲਕੁਸ਼ੀ ਹੋਈ ਹੈ, ਉਹਦੇ ਵਿੱਚ ਵੀ ਬਹੁਤ ਸਾਰੇ ਕਮਿਸ਼ਨ ਬਣੇ। ਨਾਨਾਵਟੀ ਕਮਿਸ਼ਨ ਹੋ ਗਿਆ, ਹੋਰ ਕਮਿਸ਼ਨ ਹੋਏ, ਲਗਾਤਾਰ ਨਵੇਂ ਤੋਂ ਨਵੇਂ ਕਮਿਸ਼ਨ ਹੁਣ ਵੀ ਬਣਦੇ ਜਾ ਰਹੇ ਨੇ, ਪਰ ਨਿਕਲਿਆ ਕਿ ਉਹ ਵੀ ਜਿਹੜਾ ਹੈਗਾ ਆਪਾਂ ਅੱਜ ਲਗਭਗ 40 ਸਾਲ ਹੋ ਚੁੱਕੇ ਨੇ ਕਿ ਅੱਜ ਵੀ ਉਸ ਜਿਹੜੇ ਦੰਗਿਆਂ ਦੇ ਵਿੱਚ ਸਿੱਖਾਂ ਨੂੰ ਅੱਜ ਤੱਕ ਨਿਆਂ ਨਹੀਂ ਮਿਲਿਆ। ਸੋ ਇਹੀ ਗੱਲ ਮੈਨੂੰ ਨਜ਼ਰ ਆ ਰਹੀ ਹੈ, ਇੱਥੇ ਉਹੀ ਪਾਲਿਸੀ ਕਾਂਗਰਸ ਪੰਜਾਬ ਦੇ ਵਿੱਚ ਖੇਡ ਰਹੀ ਹੈ ਔਰ ਕੈਪਟਨ ਸਾਹਿਬ ਲਗਾਤਾਰ ਇਹ ਕਹਿੰਦੇ ਨੇ ਕਿ ਮੈਂ ਨਿਆਂ ਦਊਂਗਾ, ਪਰ ਨਿਕਲਦਾ ਕੀ ਹੈ, ਜਿਵੇਂ ਤੁਸੀਂ ਵੀ ਇਸ਼ਾਰਾ ਕਰ ਰਹੇ ਹੋ ਕਿ ਉਹਦੇ ਵਿੱਚੋਂ ਗੱਲ ਤਾਂ ਅਖੀਰ ਨੂੰ ਇਹ ਹੁੰਦਾ ਹੈ ਕਿ ਅਖੀਰ ਨੂੰ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਇਆ ਜਾਂ ਨਹੀਂ ਹੋਇਆ। ਇਹ ਸਵਾਲ ਬੁਨਿਆਦੀ ਹੁੰਦਾ ਹੈ ਕਿ ਨਿਆਂ ਤੁਸੀਂ ਲੋਕਾਂ ਨੂੰ ਮਿਲਿਆ? ਜਿਹੜੇ ਬੱਚੇ ਸ਼ਹੀਦ ਹੋਏ, ਸਾਡੇ ਜਿਹੜੇ ਨੌਜਵਾਨ ਸਾਡੇ ਸ਼ਹੀਦ ਹੋਏ ਜਾਂ ਜਿਨ੍ਹਾਂ ਨੇ ਗੋਲੀਆਂ ਖਾਧੀਆਂ, ਜਿਹੜੇ ਜ਼ਖਮੀ ਵੀ ਹੋਏ, ਕੀ ਉਹਨਾਂ ਨੂੰ ਨਿਆਂ ਮਿਲਿਆ? ਸਵਾਲ ਹੈ ਕਿ ਜਵਾਬ ਹੈ ਨਹੀਂ ਮਿਲਿਆ ਅੱਜ ਤੱਕ, ਔਰ ਇਹ ਨਾ ਹੀ ਮਿਲਣ ਦੀਆਂ ਸੰਭਾਵਨਾਵਾਂ ਨੇ, ਕਿਉਂਕਿ ਹੁਣ ਜਿਵੇਂ ਲੱਗਦਾ ਹੈ ਕਿ ਹੁਣ ਪਾਣੀ 'ਚ ਮਧਾਣੀ ਉਹਨਾਂ ਨੇ ਪਾ ਲਈ ਔਰ ਪਾਣੀ ਦਾ ਆਪਾਂ ਨੂੰ ਪਤਾ ਹੈ ਕਿ ਪਾਣੀ ਦੇ ਮਧਾਣੀ ਦੇ ਵਿੱਚ ਕਿੰਨਾ ਮਰਜ਼ੀ ਉਹਨੂੰ ਰਿੜਕੀ ਜਾਓ, ਨਿਕਲਣਾ ਕੱਖ ਨਹੀਂ ਹੈ। ਸੋ ਇਸ ਕਰਕੇ ਇਹੀ ਉਮੀਦ ਜ਼ਾਹਿਰ ਕੀਤੀ ਜਾ ਰਹੀ ਹੈ, ਜਿਵੇਂ ਸਿੱਧੂ ਸਾਹਿਬ ਬਾਰ-ਬਾਰ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਉਹ ਲਗਾਤਾਰ ਕਹਿ ਰਹੇ ਨੇ ਕਿ ਕੋਈ ਗੱਲ ਨਹੀਂ, ਜੇ ਨਿਆਂ ਨਹੀਂ ਮਿਲਿਆ, ਜੇ ਉਹਨਾਂ ਨੇ ਰੱਦ ਕਰਤੀ, ਕੋਈ ਗੱਲ ਨਹੀਂ ਹੈ ਮਾਨਯੋਗ ਜੀ ਹਾਂ, ਜਿਵੇਂ ਉਹਨਾਂ ਨੇ ਇਹੀ ਗੱਲ ਸਿੱਧੂ ਸਾਹਿਬ ਕਹਿ ਰਹੇ ਨੇ ਕਿ ਮੰਨ ਲਓ ਉਹਨਾਂ ਨੇ ਰੱਦ ਕਰਤੀ, ਪਰ ਕੀ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਬਣਦੀ ਕਿ ਉਹ ਇਸ ਰਿਪੋਰਟ ਨੂੰ, ਜਿਹਦੇ ਬਾਰੇ ਉਹਨਾਂ ਨੇ ਕਿਹਾ ਸੀਗਾ ਕਿ ਅਸੀਂ ਖਾਸ ਤੌਰ ਤੇ ਕੈਪਟਨ ਸਾਹਿਬ ਨੇ ਗੱਲ ਕਹੀ ਸੀ ਕਿ ਇਹਦਾ ਵਿੱਚ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਾਂਗੇ ਅਸੀਂ ਔਰ ਲੋਕਾਂ ਨੂੰ ਅਸੀਂ ਨਿਆਂ ਦਿਵਾਵਾਂਗੇ ਔਰ ਨੌਜਵਾਨਾਂ ਨੂੰ ਜੋ ਹੈ ਉਹਨਾਂ ਦਾ ਬਣਦਾ ਹੱਕ ਮਿਲੇਗਾ, ਪਰ ਹੋਇਆ ਕੀ ਆਪਾਂ ਨੂੰ ਪਤਾ ਹੈ ਕਿ ਕੈਪਟਨ ਸਾਹਿਬ ਕੀ ਵੀ ਕਿਤੇ ਨਾ ਕਿਤੇ ਮਿਲਦੇ ਨਜ਼ਰ ਆ ਰਹੇ ਨੇ ਔਰ ਉਹ ਵੀ ਇਸ ਰਿਪੋਰਟ ਨੂੰ ਛੁਪਾਉਣਾ ਚਾਹੁੰਦੇ ਨੇ ਔਰ ਜਨਤਕ ਨਹੀਂ ਕਰਨਾ ਚਾਹੁੰਗੇ। ਇਹੀ ਸਾਨੂੰ ਜੋ ਸਿੱਧੂ ਸਾਹਿਬ ਲਗਾਤਾਰ ਪ੍ਰੈਸ਼ਰ ਬਣਾ ਰਹੇ ਨੇ ਆਪਣੀ ਸਰਕਾਰ ਦੇ ਵਿੱਚ ਰਹਿੰਦੇ ਹੋਏ, ਮੈਨੂੰ ਲੱਗਦਾ ਕਿ ਸਾਨੂੰ ਸਿੱਧੂ ਸਾਹਿਬ ਦੇ ਉਹਨਾਂ ਬਿਆਨਾਂ ਨੂੰ ਬਹੁਤ ਜ਼ਿਆਦਾ ਗੌਰ ਨਾਲ ਵਾਚਣ ਦੀ ਲੋੜ ਹੈ, ਜਿਹੜੇ ਕੱਲ ਉਹਨਾਂ ਨੇ ਉੱਥੇ ਬਕਾਇਦਾ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਜੋ ਪ੍ਰੈਸ ਕਾਨਫਰੰਸ ਕੀਤੀ ਹੈ, ਜੋ ਉਹਨਾਂ ਨੇ ਲਾਈਵ ਹੋ ਕੇ ਗੱਲਾਂ ਕਹੀਆਂ ਨੇ, ਉਹਨਾਂ ਦੇ ਉੱਤੇ ਗੌਰ ਕਰਨ ਦੀ ਲੋੜ ਹੈ। ਸਿਰਫ ਪੰਜਾਬ ਦੇ ਲੋਕਾਂ ਨੂੰ ਨਹੀਂ, ਸਗੋਂ ਪੰਜਾਬ ਦੀ ਜਿਹੜੀ ਸਰਕਾਰ ਹੈ ਇਸ ਵੇਲੇ, ਕੈਪਟਨ ਸਾਹਿਬ ਨੇ, ਉਹਨਾਂ ਨੂੰ ਉਹ ਸਿੱਧੂ ਸਾਹਿਬ ਦੀਆਂ ਗੱਲਾਂ ਦੇ ਉੱਤੇ ਗੌਰ ਕਰਨ ਔਰ ਇਹਨਾਂ ਦੇ ਉੱਤੇ ਇਕੱਲਾ ਗੌਰ ਹੀ ਨਾ ਕਰਨ, ਸਗੋਂ ਅਮਲ ਵੀ ਕਰਨ। ਜੋ ਗੱਲ ਕਹਿ ਰਹੇ ਨੇ ਕਿ ਚਾਹੇ ਕੋਈ ਵੀ ਰਿਪੋਰਟਾਂ ਹੁਣ ਤੱਕ ਆਈਆਂ ਨੇ, ਜਿਹੜੀਆਂ ਇੰਪੋਰਟੈਂਟ ਰਿਪੋਰਟਸ ਨੇ ਪੰਜਾਬ ਦੇ ਲਈ, ਉਹਨਾਂ ਨੂੰ ਲੋਕਾਂ ਦੇ ਸਾਹਮਣੇ ਲਿਆਂਦਾ ਜਾਏ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਕਿ ਕਿਹੜੇ ਬੰਦੇ ਇਹਦੇ ਲਈ ਜ਼ਿੰਮੇਵਾਰ ਨੇ, ਕਿਹੜੇ ਨਹੀਂ ਜ਼ਿੰਮੇਵਾਰ, ਕਿਹਨਾਂ ਨੂੰ ਗਲਤ ਫਸਾਇਆ ਜਾ ਰਿਹਾ, ਕਿਹੜੇ ਠੀਕ ਨੇ। ਸੋ ਇਸ ਕਰਕੇ ਮੈਨੂੰ ਇਹ ਲੱਗਦਾ ਕਿ ਅੱਜ ਕੈਪਟਨ ਸਾਹਿਬ ਦੀ ਬਹੁਤ ਇੱਕ ਵੱਡੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਉਹ ਇਸ ਰਿਪੋਰਟ ਨੂੰ ਜਨਤਕ ਕਰਕੇ ਆਪਣਾ ਜਿਹੜਾ ਖੁੱਸਿਆ ਹੋਇਆ, ਜੋ ਉਹਨਾਂ ਦਾ ਆਪਾਂ ਨੂੰ ਪਤਾ ਹੈ ਕਿ ਪਿਛਲੇ ਲਗਾਤਾਰ 4 ਸਾਲਾਂ ਤੋਂ ਉਹਨਾਂ ਦਾ ਜਿਹੜਾ ਗ੍ਰਾਫ ਹੈ ਉਹ ਡਾਊਨ ਜਾ ਰਿਹਾ ਹੈ ਲਗਾਤਾਰ, ਉਹ ਕਿਉਂਕਿ ਲੋਕਾਂ ਤੋਂ ਵੀ ਦੂਰ ਹੁੰਦੇ ਜਾ ਰਹੇ ਨੇ, ਹੌਲੀ ਹੌਲੀ ਉਹਨਾਂ ਨੇ ਸਿੱਖ ਪੰਥ ਤੋਂ ਵੀ ਦੂਰ ਹੋ ਜਾਣਾ ਹੈ ਔਰ ਇਹ ਰਿਪੋਰਟ ਜੇ ਉਹ ਨਹੀਂ ਲੋਕਾਂ ਦੇ ਸਾਹਮਣੇ ਲੈ ਕੇ ਆਉਣਗੇ ਤਾਂ ਲਾਜ਼ਮੀ ਤੌਰ ਤੇ ਉਹਨਾਂ ਦਾ ਜਿਹੜਾ ਗ੍ਰਾਫ ਹੈ ਹੋਰ ਗਿਰੇਗਾ ਔਰ ਆਉਣ ਵਾਲੀਆਂ 22 ਦੀਆਂ ਚੋਣਾਂ ਦੇ ਵਿੱਚ ਲੋਕ ਉਹਨਾਂ ਨੂੰ ਜਿਵੇਂ ਬਾਦਲਾਂ ਨੂੰ ਅੱਜ ਲੋਕ ਕਾਲੇ ਝੰਡੇ ਦਿਖਾ ਰਹੇ ਨੇ, ਇਸੇ ਤਰ੍ਹਾਂ ਦੇ ਕਾਲੇ ਝੰਡੇ ਉਹ 22 ਦੇ ਵਿੱਚ ਕੈਪਟਨ ਸਰਕਾਰ ਨੂੰ ਵੀ ਦਿਖਾਉਣਗੇ। ਜੀ ਸੁਖਵਿੰਦਰ ਜੀ, ਕੈਪਟਨ ਅਮਰਿੰਦਰ ਸਿੰਘ ਕਹਿੰਦੇ ਕਿ ਜਿਹੜੀ ਹਾਈ ਕੋਰਟ ਦੇ ਵੱਲੋਂ ਇਹ ਖਾਰਜ ਕੀਤੀ ਗਈ ਹੈ ਰਿਪੋਰਟ, ਇਹਦੇ ਖਿਲਾਫ ਵੀ ਉਹ ਸੁਪਰੀਮ ਕੋਰਟ ਜਾਣਗੇ। ਦੂਜੇ ਪਾਸੇ ਜਿਹੜਾ ਹਾਈ ਕੋਰਟ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਨਵੀਂ ਸਿੱਟ ਬਣਾਓ ਤੇ ਉਹਦੇ ਵਿੱਚ ਕੁਮਰ ਵਿਜੇ ਪ੍ਰਤਾਪ ਨੂੰ ਨਾ ਪਾਓ
ਤਾਂ ਉਹਦੇ ਖਿਲਾਫ ਵੀ ਜਿਹੜਾ ਉਹ ਸੁਪਰੀਮ ਕੋਰਟ ਦੇ ਵਿੱਚ ਜਾਣਗੇ। ਕੀ ਲੱਗਦਾ ਹੈ ਕਿ ਇਹ ਜਿਹੜਾ ਮੁੱਦਾ ਹੈ ਉਹ 2017 ਦੀਆਂ ਵਿਧਾਨ ਸਭਾ ਚੋਣਾਂ ਦੇ ਵਾਂਗ 2022 ਦੀਆਂ ਵਿਧਾਨ ਸਭਾ ਚੋਣਾਂ ਦਾ ਮੁੱਦਾ ਬਣ ਕੇ ਰਹਿ ਜਾਏਗਾ, ਜਾਂ ਫਿਰ ਨਵਜੋਤ ਸਿੰਘ ਸਿੱਧੂ, ਕੁੰਵਰ ਵਿਜੇ ਪ੍ਰਤਾਪ ਵਰਗੇ ਇਕੱਠੇ ਹੋ ਕੇ ਇਹਨੂੰ ਕਿਸੇ ਅੰਜਾਮ ਤੱਕ ਪਹੁੰਚਾ ਦੇਣਗੇ? ਦੇਖੋ, ਉਮੀਦ ਜਿੰਨੀ ਦੇਰ ਕੈਪਟਨ ਸਾਹਿਬ ਸੱਤਾ 'ਚ ਨੇ, ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਸੀਗਾ, ਓਨੀ ਦੇਰ ਲੋਕਾਂ ਨੂੰ ਉਹਨਾਂ ਤੋਂ ਕੋਈ ਉਮੀਦ ਨਹੀਂ ਹੈ। ਔਰ ਆਪਾਂ ਨੂੰ ਪਹਿਲਾਂ ਹੀ ਸ਼ੱਕ ਸੀਗਾ, ਔਰ ਖਾਸ ਤੌਰ ਤੇ ਨਵਜੋਤ ਸਿੰਘ ਸਿੱਧੂ ਨੂੰ, ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ ਕਿ ਵਿਧਾਨ ਸਭਾ ਦੇ ਵਿੱਚ ਜਦੋਂ ਲਾਈਵ ਸੈਸ਼ਨ ਚੱਲ ਰਿਹਾ ਸੀਗਾ ਤਾਂ ਉਹਨਾਂ ਨੇ ਝੋਲੀ ਅੱਡ ਕੇ ਇੱਕ ਜ਼ਰੂਰ ਲੋਕਾਂ ਦੇ ਸਾਰਿਆਂ ਦੇ ਸਾਹਮਣੇ, ਕਰੋੜਾਂ ਲੋਕਾਂ ਦੇ ਸਾਹਮਣੇ ਇੱਕ ਭੀਖ ਮੰਗੀ ਸੀ ਕਿ ਭਾਈ ਇਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਗੁਰੂ ਸਾਹਿਬ ਦੇ ਪੱਤਰਿਆਂ ਦੀ ਬੇਅਦਬੀ ਕੀਤੀ ਹੈ, ਉਹਨਾਂ ਦੀ ਕੋਈ ਇੱਜ਼ਤ ਨਹੀਂ ਕੀਤੀ, ਤਾਂ ਉਹਨਾਂ ਨੂੰ ਜ਼ਰੂਰ ਸਜ਼ਾ ਮਿਲਣੀ ਚਾਹੀਦੀ ਹੈ। ਔਰ ਆਪਾਂ ਨੂੰ ਪਤਾ ਹੈ ਕਿ ਅੱਜ ਲਗਭਗ 4 ਸਾਲ ਹੋ ਗਏ ਸੱਤਾ 'ਚ ਬਣਿਆ ਕੈਪਟਨ ਸਾਹਿਬ ਨੂੰ, ਔਰ ਨਾ ਜੇ ਕੋਈ ਨਿਆਂ ਮਿਲਣਾ ਹੁੰਦਾ ਤਾਂ ਅੱਜ ਤੱਕ ਮਿਲ ਗਿਆ ਹੁੰਦਾ। ਸੋ ਇਸ ਕਰਕੇ ਨਾ ਹੀ 1 ਸਾਲ ਹੁਣ ਰਹਿ ਗਿਆ, ਉਹਦੇ ਵਿੱਚ ਵੀ ਕੋਈ ਉਮੀਦ ਸਾਨੂੰ ਨਜ਼ਰ ਨਹੀਂ ਆ ਰਹੀ, ਕਿਉਂਕਿ ਉੱਤੋਂ ਕੀ ਕਹਿ ਰਹੇ ਨੇ ਕੈਪਟਨ ਸਾਹਿਬ ਕਿ ਮੈਂ ਤਾਂ ਸੁਪਰੀਮ ਕੋਰਟ ਜਾਊਂਗਾ। ਹੁਣ ਤੁਹਾਨੂੰ ਲੱਗਦਾ ਕਿ ਸੁਪਰੀਮ ਕੋਰਟ ਕੋਈ ਉੱਥੇ ਵਿਹਲੀ ਆ ਕਿ ਉੱਥੇ ਉਹਨਾਂ ਨੂੰ ਲੱਗਦਾ ਕਿ 1 ਸਾਲ ਦੇ ਵਿੱਚ ਹੀ ਫੈਸਲਾ ਕਰ ਦੇਗੀ? ਜੇ 4 ਸਾਲ ਦੇ ਵਿੱਚ ਉਹ ਇੱਥੋਂ ਪੰਜਾਬ ਦੇ ਵਿੱਚ ਫੈਸਲਾ ਨਹੀਂ ਕਰ ਸਕੇ ਤਾਂ ਸੁਪਰੀਮ ਕੋਰਟ ਤੋਂ ਜਿਹੜਾ 1 ਸਾਲ ਰਹਿੰਦਾ ਉਹਨਾਂ ਦਾ, ਉੱਥੋਂ ਕਿੱਥੋਂ ਫੈਸਲਾ ਲੈ ਕੇ ਆ ਜਾਣਗੇ? ਸੋ ਕਹਿਣ ਦਾ ਮਤਲਬ ਹੈ ਕਿ ਇਹਦੇ ਪਾਣੀ 'ਚ ਮਧਾਣੀ ਪਾ ਕੇ ਉਹਨਾਂ ਨੂੰ ਪਤਾ ਹੈ ਕਿ ਨਿਆਂ ਹਿੰਦੁਸਤਾਨ ਦੇ ਵਿੱਚ ਮਿਲਣਾ ਬਹੁਤ ਔਖਾ ਹੈ। ਇਹਨਾਂ ਨੂੰ ਅਦਾਲਤਾਂ ਵਿੱਚ ਉਲਝਾ ਲਓ, ਔਰ ਅਦਾਲਤਾਂ ਵਿੱਚ ਉਲਝਾ ਕੇ ਜਿਹੜਾ ਹੈਗਾ, ਕਿਉਂਕਿ ਜੇ ਜਿੰਨਾ ਡਿਲੇ ਹੋ ਜਾਊਗਾ ਉਹਨੇ ਸਬੂਤ ਜਿਹੜੇ ਨੇ ਉਹ ਇੱਧਰ ਉੱਧਰ ਹੋ ਜਾਣਗੇ। ਸੋ ਉਦੋਂ ਅਖੀਰ ਨੂੰ ਨਿਕਲਣਾ ਕੀ ਹੈ? ਕੁਝ ਵੀ ਨਹੀਂ ਨਿਕਲਣਾ। ਜਿਵੇਂ ਮੈਂ ਕਹਿ ਰਿਹਾ ਕਿ 84 ਦੇ ਦੰਗਿਆਂ ਦਾ ਅੱਜ ਤੱਕ 40 ਸਾਲ ਬਾਅਦ ਕੁਝ ਨਹੀਂ ਨਿਕਲ ਰਿਹਾ, ਤਾਂ ਇਹਨਾਂ ਦੰਗਿਆਂ ਦਾ ਇਹ ਜਿਹੜੇ ਹੋਏ ਨੇ, ਜਿਹੜੇ 2 ਸਾਡੇ ਨੌਜਵਾਨ ਸ਼ਹੀਦ ਜਾਂ ਜਿਹੜੇ ਕਾਂਡ ਇਹ ਹੋਇਆ, ਤਾਂ ਉਹਦਾ ਨਿਆਂ ਸਾਨੂੰ ਜਿਹੜੀ ਹੈਗੀ ਆ ਸੰਭਾਵਨਾਵਾਂ ਨਜ਼ਰ ਨਹੀਂ ਆ ਰਹੀਆਂ। ਸੁਖਵਿੰਦਰ ਜੀ, ਕੀ ਲੱਗਦਾ ਕਿ ਕੁੰਵਰ ਵਿਜੇ ਪ੍ਰਤਾਪ ਅਸਤੀਫਾ ਵਾਪਸ ਲੈ ਲਏਗਾ? ਇੱਕ ਵਾਰ ਫਿਰ ਤੋਂ ਮੈਂ ਤੁਹਾਨੂੰ ਪੁੱਛਣਾ ਚਾਹਾਂਗਾ। ਦੇਖੋ, ਜਿੱਥੋਂ ਤੱਕ ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਸਵਾਲ ਹੈ, ਜੇ ਤਾਂ ਉਹਨਾਂ ਦੇ ਵਿੱਚ ਅਣਖ ਹੋਏਗੀ ਕਿ ਉਹਨਾਂ ਨੂੰ ਲੱਗਦਾ ਹੈ ਕਿ ਸਾਨੂੰ ਪੰਜਾਬ ਦੇ ਲੋਕ ਪਿਆਰੇ ਨੇ ਜਾਂ ਉਹਨਾਂ ਦੀ ਖੁਦਾਰੀ ਪਿਆਰੀ ਹੈ, ਫਿਰ ਤਾਂ ਉਹ ਜ਼ਰੂਰ 2 ਟੁਕ ਜਵਾਬ ਦੇਣਗੇ ਕੈਪਟਨ ਸਾਹਿਬ ਨੂੰ। ਜੇ ਉਹਨਾਂ ਨੂੰ ਲੱਗਦਾ ਹੈ ਕਿ ਨਹੀਂ, ਕੋਈ ਗੱਲ ਨਹੀਂ, ਅੰਦਰ ਖਾਤੇ ਸਮਝੌਤਾ ਉਹ ਵੀ ਕਰਦੇ ਹੈ, ਤਾਂ ਲਾਜ਼ਮੀ ਤੌਰ ਤੇ ਹੋ ਸਕਦਾ ਕਿ ਲੈ ਲੈਣ ਪ੍ਰੈਸ਼ਰ ਬਣਾ ਕੇ, ਕਿਉਂਕਿ ਉਹਨਾਂ ਦੇ ਬਹੁਤ ਥੋੜਾ ਸਮਾਂ ਬਚਿਆ ਹੈ ਅਜੇ ਜੌਬ ਦਾ। ਸੋ ਇਸ ਕਰਕੇ ਮੈਨੂੰ ਘੱਟ ਸੰਭਾਵਨਾਵਾਂ ਦਿਖਾਈ ਦੇ ਰਹੀਆਂ ਨੇ ਜਿੱਦਾਂ ਦੇ ਹਾਲਾਤ ਬਣ ਰਹੇ ਨੇ। ਔਰ ਜਿਵੇਂ ਤੁਸੀਂ ਵੀ ਇਸ਼ਾਰਾ ਕਰ ਰਹੇ ਹੋ ਕਿ ਉਹਨਾਂ ਨੂੰ ਲੱਗਦਾ ਹੈ ਕਿ ਸ਼ਾਇਦ ਮੈਂ ਸਿਆਸਤ ਦੇ ਵਿੱਚ ਚਲਾ ਜਾਵਾਂ, ਅੰਮ੍ਰਿਤਸਰ ਤੋਂ ਟਿਕਟ ਕੋਈ ਉਹਨਾਂ ਨੂੰ ਮਿਲ ਜਾਵੇ। ਜੇ ਤਾਂ ਕੋਈ ਉਹ ਜ਼ਰੂਰ ਕੋਈ ਤਕੜਾ ਫੈਸਲਾ ਲੈਣਗੇ ਔਰ ਲੋਕਾਂ ਦੇ ਪੱਖ 'ਚ ਲੈਣਗੇ, ਫਿਰ ਤਾਂ ਉਹਨਾਂ ਨੂੰ ਨਹੀਂ ਅਸਤੀਫਾ ਵਾਪਸ ਲੈਣਾ ਚਾਹੀਦਾ। ਜੇ ਉਹਨੂੰ ਲੱਗਦਾ ਕਿ ਕਿਤੇ ਨਾ ਕਿਤੇ ਜਾ ਕੇ ਅਸੀਂ ਜਿਹੜੇ ਨੇ ਸਰਕਾਰ ਦੇ ਨਾਲ ਮਿਲ ਕੇ, ਕੋਈ ਗੱਲ ਨਹੀਂ, ਜੇ ਨਹੀਂ ਮਿਲਦਾ ਤਾਂ ਨਾ ਮਿਲੇ, ਜੇ ਇਦਾਂ ਦੀ ਸੋਚ ਰੱਖਣਗੇ ਤਾਂ ਹੋ ਸਕਦਾ ਕਿ ਵਾਪਸ ਵੀ ਲੈ ਲੈਣ, ਪਰ ਸੰਭਾਵਨਾਵਾਂ ਘੱਟ ਨਜ਼ਰ ਆ ਰਹੀਆਂ ਨੇ। ਸੁਖਵਿੰਦਰ ਜੀ, ਕੀ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸੇ ਮੁੱਦੇ ਦੇ ਉੱਪਰ ਨਵਜੋਤ ਸਿੰਘ ਸਿੱਧੂ ਤੇ ਕੁੰਵਰ ਵਿਜੇ ਪ੍ਰਤਾਪ ਜਿਹੜੇ ਹੈ ਉਹ ਇਕੱਠੇ ਹੋ ਸਕਦੇ ਆ? ਕਿਉਂਕਿ ਦੋਵਾਂ ਦੀ ਛਵੀ ਇਮਾਨਦਾਰ ਵਾਲੀ ਹੈ, ਦੋਵੇਂ ਪੰਜਾਬ ਦੇ ਲਈ ਸੁਹਿਰਦ ਲੱਗਦੇ ਨੇ। ਕੀ ਲੱਗਦਾ ਕਿ ਜੇਕਰ ਅਸਤੀਫਾ ਵਾਪਸ ਨਹੀਂ ਆਉਂਦਾ, ਜਿਵੇਂ ਇਲੈਕਸ਼ਨ ਲੜਨ ਦੀ ਗੱਲ ਹੋ ਰਹੀ ਹੈ, ਚਰਚੇ ਹੋ ਰਹੇ ਨੇ, ਕੀ ਲੱਗਦਾ ਕਿ ਦੋਵੇਂ ਇਕੱਠੇ ਹੋ ਸਕਦੇ ਆ ਕਿਸੇ ਨਾ ਕਿਸੇ ਮੋੜ ਤੇ ਜਾ ਕੇ ਇਸੇ ਮੁੱਦੇ ਦੇ ਉੱਪਰ? ਜੀ ਹਾਂ, ਬਹੁਤ ਅੱਛਾ ਸਵਾਲ ਹੈ ਸੁਖਵਿੰਦਰ ਜੀ। ਮੈਨੂੰ ਇਹ ਲੱਗਦਾ ਕਿ ਜ਼ਰੂਰ ਜਿਹੜੇ ਪੰਜਾਬ ਦੇ ਹਿਤੈਸ਼ੀ ਲੋਕ ਨੇ ਔਰ ਸਿੱਖ ਪੰਥ ਦੇ ਹਿਤੈਸ਼ੀ ਲੋਕ ਨੇ, ਉਹਨਾਂ ਨੂੰ ਜ਼ਰੂਰ ਇਕੱਠੇ ਹੋਣ ਦੀ ਲੋੜ ਹੈ ਇਸ ਵੇਲੇ। ਇਕੱਲੇ ਮੈਨੂੰ ਲੱਗਦਾ ਕਿ ਇਕੱਲੇ, ਮੈਂ ਨਹੀਂ ਕਹਿੰਦਾ ਕਿ ਇਕੱਲੇ ਕੈਪਟਨ ਸਾਹਿਬ ਜਾਂ ਕੁੰਵਰ ਵਿਜੇ ਪ੍ਰਤਾਪ ਜਾਂ ਨਵਜੋਤ ਸਿੰਘ ਸਿੱਧੂ ਜਾਂ ਕੋਈ ਹੋਰ ਜਿਹੜੇ ਲੋਕ ਨੇ ਉਹ ਹੋਣ। ਸਾਰੇ ਲੋਕਾਂ ਨੂੰ ਇਸ ਵੇਲੇ ਪੰਜਾਬ ਦੇ ਜੋ ਵੱਡੇ ਸੰਕਟ ਨੇ, ਉਸ ਵੇਲੇ ਚੰਗੇ ਲੋਕ, ਸਾਰੇ ਜਿੰਨੇ ਵੀ ਵੱਖ-ਵੱਖ ਗਰੁੱਪਾਂ 'ਚ ਚੰਗੇ ਲੋਕ ਸ਼ਾਮਲ ਨੇ, ਉਹਨਾਂ ਨੂੰ ਇੱਕ ਧੜਾ ਬਣਾ ਕੇ, ਇੱਕ ਹੋ ਕੇ ਜਿਹੜਾ ਹੈਗਾ ਲੜਨ ਦੀ ਲੋੜ ਹੈ। ਇਸ ਵੇਲੇ ਪੰਜਾਬ ਤਾਂ ਹੀ ਵੱਡੇ ਸੰਕਟਾਂ 'ਚੋਂ ਨਿਕਲ ਸਕਦਾ ਹੈ, ਕਿਉਂਕਿ ਆਪਾਂ ਨੂੰ ਪਤਾ ਹੈ ਕਿ ਡਿਵਾਈਡ ਐਂਡ ਰੂਲ ਦੀ ਜਿਹੜੀ ਪਾਲਿਸੀ ਹੈ ਦੋਨੋਂ ਪਾਰਟੀਆਂ ਅਪਣਾਉਂਦੀਆਂ ਰਹੀਆਂ ਨੇ, ਚਾਹੇ ਅਕਾਲੀ ਦਲ ਔਰ ਬੀਜੇਪੀ ਦੀ ਸਰਕਾਰ ਹੋਵੇ ਪਹਿਲਾਂ, ਚਾਹੇ ਹੁਣ ਕਾਂਗਰਸ ਦੀ ਹੋਵੇ। ਇਹਨਾਂ ਦੋਵਾਂ ਦੀ ਪਾਲਿਸੀ ਇਹੀ ਰਹੀ ਹੈ ਕਿ ਲੋਕਾਂ ਨੂੰ ਲੜਾ ਕੇ ਰੱਖੋ ਔਰ ਆਪ ਇਕੱਠੇ ਰਹੋ ਅੰਦਰੋਂ। ਲੋਕਾਂ ਨੂੰ ਧੜਿਆਂ 'ਚ ਵੰਡੋ ਤੇ ਆਪਾਂ ਨੂੰ ਪਤਾ ਹੈ ਕਿ ਚਾਹੇ ਉਹ ਬਾਦਲ ਸਾਹਿਬ ਹੋਣ, ਚਾਹੇ ਕੈਪਟਨ ਸਾਹਿਬ ਹੋਣ, ਉਹ ਇੱਕੋ ਹੀ ਨੇ, ਪਰ ਲੋਕਾਂ ਨੂੰ ਉਹ ਵੰਡਾ ਕੇ ਰੱਖਦੇ ਨੇ, ਵੰਡ ਪਾ ਕੇ ਰੱਖਦੇ ਨੇ ਕਿ ਤੂੰ ਫਲਾਣਾ, ਤੂੰ ਫਲਾਣਾ, ਤੂੰ ਫਲਾਣਾ। ਠੀਕ ਹੈ, ਇਸ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਅੱਜ ਮੌਕਾ ਇਹ ਹੋਣਾ ਚਾਹੀਦਾ ਹੈ
ਕਿ ਆਉਣ ਵਾਲਾ, ਕਿਉਂਕਿ ਬਹੁਤ ਥੋੜਾ ਸਮਾਂ ਬਚਿਆ, 1 ਸਾਲ ਕੁਝ ਵੀ ਨਹੀਂ ਹੁੰਦਾ, ਇਲੈਕਸ਼ਨਾਂ ਆ ਰਹੀਆਂ ਨੇ। ਸੋ ਇਦਾਂ ਦੇ ਲੋਕਾਂ ਨੂੰ, ਜਿਵੇਂ ਤੁਸੀਂ ਇਸ਼ਾਰਾ ਕਰ ਰਹੇ ਹੋ, ਕੁੰਵਰ ਵਿਜੇ ਪ੍ਰਤਾਪ ਸਿੰਘ ਜੀ, ਨਵਜੋਤ ਸਿੰਘ ਸਿੱਧੂ ਜੀ, ਜਾਂ ਹੋਰ ਵੀ ਜਿਹੜੀਆਂ ਚੰਗੀਆਂ ਪਾਰਟੀਆਂ ਨੇ, ਚੰਗੇ ਲੋਕ ਨੇ, ਉਹਨਾਂ ਨੂੰ ਇਕੱਠੇ ਹੋ ਕੇ ਇਹਨਾਂ ਦੋਵਾਂ ਰਵਾਇਤੀ ਪਾਰਟੀਆਂ ਦੇ ਖਿਲਾਫ ਜਿਹੜੀ ਆਵਾਜ਼ ਬੁਲੰਦ ਹੋਣੀ ਅੱਜ ਪੰਜਾਬ ਦੇ ਲੋਕਾਂ ਦੀ, ਕਿਸਾਨਾਂ ਦੀ, ਨੌਜਵਾਨਾਂ ਦੀ, ਹੋਰ ਜਿੰਨੇ ਵੀ ਆਮ ਲੋਕ ਨੇ, ਉਹਨਾਂ ਦੀ ਅੱਜ ਬੁਨਿਆਦੀ ਲੋੜ ਹੈ। ਔਰ ਮੈਨੂੰ ਉਮੀਦ ਹੈ ਕਿ 22 ਦੇ ਜਿਹੜੇ ਇਲੈਕਸ਼ਨ ਨੇ ਬਹੁਤ ਪ੍ਰਭਾਵਸ਼ਾਲੀ ਹੋਣ ਜਾ ਰਹੇ ਨੇ, ਔਰ ਇਹਦੇ ਵਿੱਚ ਇਦਾਂ ਦੇ ਲੋਕ ਜਿਹੜੇ ਨੇ ਜ਼ਰੂਰ ਇਕੱਠੇ ਹੋਣਗੇ। ਨਵਜੋਤ ਸਿੰਘ ਸਿੱਧੂ ਔਰ ਉਹਨਾਂ ਦੇ ਨਾਲ ਹੋਰ ਜਿਹੜੇ ਲੋਕ ਨੇ, ਉਹ ਸਾਰੇ ਮਿਲ ਕੇ ਇੱਕ ਚੰਗਾ ਫਰੰਟ ਬਣਾ ਕੇ ਚੰਗੀ ਜਿਹੜੀ ਹੈਗੀ ਟੱਕਰ ਇਹਨਾਂ ਰਵਾਇਤੀ ਪਾਰਟੀਆਂ ਨੂੰ ਦੇ ਸਕਦੇ ਨੇ। ਜੀ ਸੁਖਵਿੰਦਰ ਜੀ। ਬਿਲਕੁਲ। ਤਾਂ ਭੀਮੇਂਦਰ ਜੀ, ਤੁਸੀਂ ਸਾਡੇ ਨਾਲ ਜੁੜੇ, ਇਸ ਅਹਿਮ ਮੁੱਦੇ ਦੇ ਉੱਪਰ ਸਾਡੇ ਨਾਲ ਗੱਲਬਾਤ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ। ਤਾਂ ਇਹ ਸਨ ਡਾਕਟਰ ਭੀਮੇਂਦਰ ਜੀ, ਜਿਨ੍ਹਾਂ ਦੇ ਵੱਲੋਂ ਨਵਜੋਤ ਸਿੰਘ ਸਿੱਧੂ ਤੇ ਕੁੰਵਰ ਵਿਜੇ ਪ੍ਰਤਾਪ ਦੇ ਅਸਤੀਫੇ ਦੇ ਮਾਮਲੇ ਦੇ ਵਿੱਚ ਜਿਹੜੀ ਹੈ ਗੱਲਬਾਤ ਕੀਤੀ ਗਈ, ਆਪਣੇ ਵਿਚਾਰ ਦਿੱਤੇ ਗਏ ਨੇ। ਉਮੀਦ ਕਰਦੇ ਹਾਂ ਕਿ ਡਾਕਟਰ ਸਾਹਿਬ ਦੇ ਵਿਚਾਰ ਤੁਹਾਨੂੰ ਜ਼ਰੂਰ ਪਸੰਦ ਆਏ ਹੋਣਗੇ। ਦੁਬਾਰਾ ਫਿਰ ਮਿਲਾਂਗੇ ਇਸ ਪ੍ਰੋਗਰਾਮ ਦੇ ਵਿੱਚ ਕੁਝ ਨਵੇਂ ਤੇ ਅਹਿਮ ਮੁੱਦਿਆਂ ਦੇ ਨਾਲ। ਤਦ ਤੱਕ ਦੀ ਦਿਓ ਇਜਾਜ਼ਤ। ਧੰਨਵਾਦ।